1 ਜੂਨ ਨੂੰ ਹੋਈ ਆ ਕੇ 2015 ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਵਾਰ ਚੋਰੀ ਹੁੰਦੀ ਹੈ। ਇਤਿਹਾਸ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਨਹੀਂ ਹੋਈ ਸੀ। ਸਿੱਖ ਸੰਘਰਸ਼ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਉਹ ਬਾਬਰ ਦੀ ਜੇਲ੍ਹ ਵਿੱਚ ਗਏ। ਜਿਸ ਬੁਨਿਆਦ ਦੇ ਉੱਤੇ ਸਿੱਖ ਪੰਥ ਖੜਾ ਹੈ ਉਹਦੇ ਬੁਨਿਆਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੱਕ 3 ਜੂਨ 1984 ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੀ, ਜਦੋਂ ਆਪਰੇਸ਼ਨ ਬਲੂ ਸਟਾਰ ਵਰਚੁਅਲੀ ਸ਼ੁਰੂ ਹੁੰਦਾ ਹੈ। ਬਹੁਤ ਅਹਿਮ ਪ੍ਰੋਗਰਾਮ ਆਇਆ ਜਿਹਨੂੰ 5 ਪੁਆਇੰਟ ਪ੍ਰੋਗਰਾਮ ਕਿਹਾ ਜਾਂਦਾ ਹੈ। ਮੈਂ ਕਿਸੇ ਪ੍ਰੋਗਰਾਮ ਨੂੰ ਲਾਸਟ ਪੰਥਕ ਪ੍ਰੋਗਰਾਮ ਆਉਂਦਾ ਹੈ ਅਕਾਲੀ ਦਲ ਤੇ SGPC ਦੋਵਾਂ ਦਾ, ਉਹ 79 ਦਾ ਹੈ। ਬਾਅਦ 79 ਚ SGPC ਦੀ ਜਨਰਲ ਹਾਊਸ ਦੀ ਇਲੈਕਸ਼ਨ, ਜਿਹਦੇ ਵਿੱਚ ਕੁਝ ਕਾਰਨਾਂ ਕਰਕੇ ਸੰਤ ਜਰਨੈਲ ਸਿੰਘ ਨੇ ਆਪਣੇ ਕੈਂਡੀਡੇਟ ਖੜੇ ਕੀਤੇ। ਜਿਹੜੀ ਉਹਨਾਂ ਨੇ ਸ਼ਰਤ ਰੱਖੀ ਸੀ ਆਪਣੇ ਕੈਂਡੀਡੇਟ ਨਾ ਖੜੇ ਕਰਨ ਦੀ, ਉਹਦੇ 'ਚ ਜੇ ਕੋਈ ਲੀਡਰ ਅੜਿਆ ਸੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਸਿੱਖ ਆਇਡੈਂਟੀਟੀ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ, ਜਿਹਦੇ ਤੇ ਅੱਗੇ ਸੰਤ ਜਰਨੈਲ ਸਿੰਘ ਜਿਹੜਾ ਇਸ਼ੂ ਟੇਕ ਅਪ ਕਰਦੇ ਆ। ਸਿੱਖਸ ਆਰ ਏ ਸੈਪਰੇਟ ਨੇਸ਼ਨ। ਬਾਦਲ ਸਾਹਿਬ ਜਿੰਨੇ ਚਿਰ CM ਰਹੇ ਉਹਨਾਂ ਚਿਰ ਅਕਾਲੀ ਦਲ ਨੇ ਪਾਸ ਨਹੀਂ ਕੀਤਾ, SGPC ਪਾਸ ਕਰਦੀ ਹੈ। ਜਿਹੜੀ ਮਿਲੀਟੈਂਸੀ ਨੂੰ ਲੈਜੀਟੀਮੇਸੀ ਮਿਲੀ ਹੈ ਉਹ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਦਿੱਤੀ ਹੈ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਕਿੰਗ ਕਮੇਟੀ ਦੇ ਮੈਂਬਰ ਸੀ। ਮੀਟਿੰਗ 26 ਮਈ ਦੀ ਲਾਸਟ ਮਿਨਿਸਟਰ ਰਾਜਰ 3 ਮੈਂਬਰ ਸੀ ਡੈਲੀਗੇਸ਼ਨ, ਜੋ ਟੌੜਾ ਸਾਹਿਬ ਦੱਸਦੇ ਆ, ਜੋ ਬਾਦਲ ਸਾਹਿਬ ਤਾਂ ਕਦੇ ਬੋਲੇ ਹੀ ਨਹੀਂ ਨਾ, ਇਹ ਤਾਂ ਕਦੇ ਸੀਕ੍ਰੇਟ ਮੀਟਿੰਗ ਦੇ ਬਾਰੇ ਮੰਨੇ ਹੀ ਨਹੀਂ ਵੀ ਸਾਡੀ ਸੀਕ੍ਰੇਟ ਮੀਟਿੰਗ ਹੁੰਦੀਆਂ ਸੀਗੀਆਂ। ਸੰਤ ਜਰਨੈਲ ਸਿੰਘ ਤਿਆਰ ਸੀ। ਸੋ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਇਹ ਅਵਾਰਡੇਬਲ ਐਕਸ਼ਨ ਸੀ, ਟਲ ਸਕਦਾ। ਟਾਲਣ ਦੀ ਸੰਤਾ ਵੱਲੋਂ ਕੋਸ਼ਿਸ਼ ਪੂਰੀ ਕੀਤੀ ਗਈ, ਇਹਨਾਂ ਵੱਲੋਂ ਪੂਰੀ ਕੋਸ਼ਿਸ਼, ਸੁਨੇਹੇ ਵੀ ਭੇਜੇ ਗਏ ਨੇ, ਪਰ ਟਲਿਆ ਕਿਉਂ ਨਹੀਂ, ਇਹ ਵੱਡਾ ਸਵਾਲ ਹੈ। ਗੱਲਾਂ ਇੰਨੀ ਛੋਟੀਆਂ ਨਹੀਂ ਹੋਇਆ ਕਰ ਸਕਦੀਆਂ ਇੰਨੇ ਵੱਡੇ ਆਪਰੇਸ਼ਨ ਦੇ ਵਿੱਚ। ਇਹ ਨਹੀਂ ਕਿ ਵੀ ਜੇ ਉਹ ਸਰੈਂਡਰ ਕਰਨ ਨੂੰ ਨਹੀਂ ਮੰਨੇ ਤਾਂ ਆਪਰੇਸ਼ਨ ਕਰ ਦਿਓ, ਇਹ ਨਹੀਂ ਹੋਇਆ ਕਰਦਾ। ਇਹ ਆਪਰੇਸ਼ਨ ਬਹੁਤ ਵੱਡਾ ਸੀ, ਮਿੱਥ ਕੇ ਬੈਠੀ ਸੀ ਕਿ ਕਰਨਾ ਹੀ ਹੈ। ਹਾਂ, 47 ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਅਚੀਵਮੈਂਟ ਅਲਟੀਮੇਟਲੀ ਤਾਂ ਕੁਝ ਵੀ ਨਹੀਂ ਕੀ, ਚੰਡੀਗੜ੍ਹ ਵੀ ਗਵਾ ਬੈਠੇ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਜੂਨ ਦਾ ਮਹੀਨਾ ਚੜ੍ਹ ਚੁੱਕਾ ਹੈ। ਜੂਨ ਦੇ ਮਹੀਨਾ ਪੰਜਾਬ ਲਈ ਇਸ ਪੱਖੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਮਹੀਨੇ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ। ਪਰ ਇਸ ਤੋਂ ਵੀ ਇੱਕ ਵੱਖਰਾ ਪਹਿਲੂ ਇਹ ਹੈ ਕਿ ਜੂਨ ਦੇ ਮਹੀਨੇ ਹੀ ਸਾਲ 1984 ਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਜਿਸ 'ਚ ਦਰਬਾਰ ਸਾਹਿਬ ਉੱਤੇ ਭਾਰਤੀ ਸਟੇਟ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕੈਪਚਰ ਕੀਤਾ ਸੀ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਜਿਹੜਾ ਹੈਗਾ ਸ਼ਹੀਦ ਕਰਕੇ ਜਾਂ ਹੋਰ ਜਿੰਨੇ ਵੀ ਜਿਨ੍ਹਾਂ ਨੇ ਜੋ ਅੰਦਰ ਸਨ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਜਿਹੜਾ ਹੈਗਾ ਉਸ ਤੋਂ ਬਾਹਰ ਕੀਤਾ ਸੀ। ਆਪਾਂ ਜੇ ਥੋੜ੍ਹੇ ਜਿਹੇ ਬੋਚਵੇਂ ਸ਼ਬਦਾਂ 'ਚ ਗੱਲ ਕਹੀਏ ਤਾਂ ਇੰਡੀਅਨ ਸਟੇਟ ਜਿਸ ਮਕਸਦ ਨਾਲ ਉੱਥੇ ਗਈ ਸੀ ਤਾਂ ਉਹਨਾਂ ਦਾ ਮਕਸਦ ਇਸੇ ਮਹੀਨੇ ਸ਼ੁਰੂ ਹੋਇਆ ਤੇ ਇਸੇ ਮਹੀਨੇ ਪੂਰਾ ਹੋਇਆ ਸੀ। ਇਸ ਮਹੀਨੇ ਦੀ ਸਿੱਖ ਪੰਥ ਵਿੱਚ ਪੰਜਾਬ ਵਿੱਚ ਬਹੁਤ ਮਹੱਤਤਾ ਹੈ। ਕਿਉਂਕਿ ਹਾਲੇ 4-5 ਸਾਲ ਪਹਿਲਾਂ ਵੀ ਜਿਹੜਾ ਇਹ ਮਹੀਨਾ ਜਿਹੜਾ ਹੈਗਾ ਸਿੱਖਾਂ ਲਈ ਕਾਫੀ ਦਰਦਨਾਕ ਸਾਬਤ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੋਈ ਅਕਤੂਬਰ ਦੇ ਮਹੀਨੇ ਵਿੱਚ, ਪਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਬੁਰਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਚੋਰੀ ਹੋਏ ਸੀ, ਉਹ ਵੀ ਜਿਸ ਦਿਨ ਆਪਾਂ ਇਹ ਗੱਲਬਾਤ ਕਰ ਰਹੇ ਹਾਂ 1 ਜੂਨ ਨੂੰ ਹੀ ਹੋਏ ਸਨ। ਸੋ ਇਸ ਕਰਕੇ ਜੂਨ ਦੇ ਮਹੀਨੇ ਦੀ ਸਿੱਖ ਪੰਥ ਵਿੱਚ ਜਾਂ ਪੰਜਾਬ ਲਈ ਜਾਂ ਇਸ ਪੂਰੇ ਧਰੂ ਖੱਡ ਲਈ ਜਿਹੜੀ ਹੈਗੀ ਹੈ ਕੀ ਮਹੱਤਤਾ ਹੈ, ਇਸ ਮੁੱਦੇ 'ਤੇ ਅਸੀਂ ਗੱਲਬਾਤ ਵੀ ਕਰਾਂਗੇ। ਤੇ ਅਗਲੇ 5-6 ਦਿਨ 1984 ਦੇ ਵਿੱਚ ਕੀ ਵਾਪਰਦਾ ਰਿਹਾ ਹੈ ਉਹਦਾ ਵੀ ਜਿਹੜਾ ਹੈਗਾ ਆਪਾਂ ਤੁਹਾਨੂੰ ਹਰਫ ਦਰ ਹਰਫ, ਪੰਨਾ ਦਰ ਪੰਨਾ ਤੁਹਾਡੇ ਸਾਹਮਣੇ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਰਦਾਰ ਜਗਤਾਰ ਸਿੰਘ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਇਹਨਾਂ ਦਾ ਨਾਮ ਮੈਂ ਪਹਿਲਾਂ ਇਸ ਲਈ ਦੱਸ ਦਿੱਤਾ ਕਿਉਂਕਿ ਇਹਨਾਂ ਦੇ ਸਾਡੇ ਨਾਲ ਹੋਣਾ ਜਿਹੜਾ ਹੈਗਾ ਉਸ ਦੀ ਅਹਿਮੀਅਤ ਇਹ ਹੈ ਕਿ 1984 ਦੇ ਵਿੱਚ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵੱਲੋਂ ਸਰਦਾਰ ਜਗਤਾਰ ਸਿੰਘ ਅੰਮ੍ਰਿਤਸਰ ਦੇ ਵਿੱਚ ਰਿਪੋਰਟਿੰਗ ਕਰ ਰਹੇ ਸੀ ਬਤੌਰ ਸਟਾਫ ਰਿਪੋਰਟਰ। ਇਹਨਾਂ ਨੇ ਉਹ ਸਾਰੀ ਚੀਜ਼ ਸਾਰਾ ਕੁਝ ਨੇੜਿਓਂ ਦੇਖਿਆ ਹੀ ਨਹੀਂ ਬਲਕਿ ਰਿਪੋਰਟ ਵੀ ਕੀਤਾ ਹੈ। ਸੋ ਇਸ ਕਰਕੇ ਇਹਨਾਂ ਨੂੰ ਇਨ ਐਂਡ ਆਊਟ ਜਿਹੜੇ ਨੇ ਉਸ ਚੀਜ਼ ਦੇ ਸਾਰੇ ਪਤਾ ਨੇ ਜੀ। ਪਹਿਲੀ ਟਿੱਪਣੀ ਤਾਂ ਮੈਂ ਚਾਹਾਂਗਾ ਕਿ ਜਿਵੇਂ ਕਿ ਮੈਂ ਦੱਸਿਆ ਹੈ ਕਿ ਜੂਨ ਦੇ ਮਹੀਨੇ ਦੀ ਸਿੱਖ ਪੰਥ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਮਹੱਤਤਾ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹੋ? ਇਹ ਮਹੀਨਾ ਵਾਕਿਆ ਹੀ ਬਹੁਤ ਅਹਿਮ ਹੈ। 2 ਮਹੀਨੇ ਅਹਿਮ ਹੈ ਰਾਦਰ, 1 ਜੂਨ, ਦੂਸਰਾ ਦਸੰਬਰ। ਜੀ ਜੀ ਸਿੱਖ ਸੰਘਰਸ਼ ਦੇ ਵਿੱਚ 2 ਮਹੀਨੇ ਹੀ ਆਪਣੀ ਭੂਮਿਕਾ ਅਦਾ ਕਰਦੇ ਆ। ਦਸੰਬਰ ਮੇਰੇ ਖਿਆਲ ਤੁਸੀਂ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਇਸ਼ਾਰਾ ਕਰ ਰਹੇ ਹੋ। ਸਿੱਖ ਸੰਘਰਸ਼ ਮੈਂ ਲੈ ਰਿਹਾ ਕਿਉਂਕਿ ਆਪਰੇਸ਼ਨ ਬਲੂ ਸਟਾਰ ਸਿੱਖ ਸੰਘਰਸ਼ ਦਾ ਪਾਰਟ ਹੈ। ਪਾਰਟ ਹੈ। ਜੂਨ ਦੇ ਮਹੀਨੇ ਦੇ ਵਿੱਚ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ। ਬਿਲਕੁਲ ਬਿਲਕੁਲ 3 ਜੂਨ 1984 ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੀ ਜੀ। ਜਦੋਂ ਆਪਰੇਸ਼ਨ ਬਲੂ ਸਟਾਰ ਵਰਚੁਅਲੀ ਸ਼ੁਰੂ ਹੁੰਦਾ ਹੈ। ਜੀ ਸਿੱਖ ਸੰਘਰਸ਼ ਇਤਿਹਾਸ ਵਿੱਚ ਦੀ ਜਿਹੜਾ ਆਪਾਂ ਕਾਟਾ ਅਪਡੇਟ ਲੈਂਦੇ ਹਾਂ ਨਾਰਮਲੀ, ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ। ਜਦ ਕਿ ਮੈਂ ਥੋੜ੍ਹਾ ਜਿਹਾ ਹੋਰ ਡਿਫਰ ਕਰਦਾ, ਵਿਚਾਰ ਰੱਖਦਾ ਕਿ ਸਿੱਖ ਸੰਘਰਸ਼ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਉਹ ਬਾਬਰ ਦੀ ਜੇਲ੍ਹ ਵਿੱਚ ਗਏ ਸੀ। ਚੱਕੀ ਪੀਸੀ ਜਦੋਂ ਉਹਨਾਂ ਨੇ ਚੱਕੀ ਪੀਸੀ ਉਹਨਾਂ ਨੇ। ਇਹ ਸੰਘਰਸ਼ ਉਦੋਂ ਤੋਂ ਚੱਲਦਾ ਆ ਰਿਹਾ ਹੈ। 1 ਜੂਨ ਨੂੰ ਹੋਈ ਆ ਕੇ 2015 ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਵਾਰ ਚੋਰੀ ਹੁੰਦੀ ਹੈ। ਜੀ। ਇਤਿਹਾਸ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਨਹੀਂ ਹੋਈ ਸੀ ਜੀ। ਸੋ ਇਹ 3 ਡੇਟਸ ਜੂਨ ਦੀਆਂ ਇੰਪੋਰਟੈਂਟ ਹੈ। ਦਸੰਬਰ ਦੇ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਜੀ। ਇਹ ਜਿਹੜਾ ਸਿੱਖ ਸੰਘਰਸ਼ ਹੈ, ਇੱਕ ਸਟੇਜ ਤੇ ਆ ਕੇ ਇਹਨੇ ਫਿਰ ਸਿੱਖ ਰਾਜ ਦੀ ਨੀਂਹ ਰੱਖੀ ਜੀ ਜੀ। ਔਰ ਸਿੱਖ ਰਾਜ ਦੀ ਨੀਂਹ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਗਿਆ ਜੀ, ਜਿਸ ਦੇ ਉੱਤੇ, ਜਿਸ ਬੁਨਿਆਦ ਦੇ ਉੱਤੇ ਸਿੱਖ ਪੰਥ ਖੜਾ ਹੈ, ਉਹਦੇ ਬੁਨਿਆਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਹੈ ਜੀ। ਸੋ ਇਹ ਸੰਘਰਸ਼ ਲਗਾਤਾਰ ਚੱਲਦਾ ਆ ਰਿਹਾ ਹੈ ਤੇ ਵੱਡੇ ਸਾਹਿਬਜ਼ਾਦਿਆਂ ਨੇ ਸਿੰਜਿਆ ਸੰਜਿਆ ਜੀ, ਉਹਨਾਂ ਦੀ ਖੂਨ ਨੇ ਲਗਾਤਾਰ ਚਮਕੌਰ ਦੀ ਗੜੀ 'ਚ ਡੁੱਲਿਆ ਜਿਹੜਾ ਫਿਰ ਲਗਾਤਾਰ ਸ਼ਹੀਦੀਆਂ ਹੋਈਆਂ। ਜੀ। 1984 ਦੇ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਵਿੱਚ, ਜਿਹਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੈਮੋਰੀਅਲ ਕਿਹਾ ਜਾਂਦਾ ਹੈ ਜੀ, ਉਹ ਬਣੀ। ਜੀ ਸੋ ਇਹ ਸ਼ਹੀਦੀਆਂ ਦਾ ਇਤਿਹਾਸ ਹੈ। ਸ਼ਹੀਦੀਆਂ ਉਸ ਤੋਂ ਬਾਅਦ ਵੀ ਚੱਲਦੀਆਂ ਰਹੀਆਂ, ਜੀ 84 ਤੋਂ ਬਾਅਦ ਵੀ। ਸਾਡਾ ਵਿਸ਼ਾ ਇਸ ਵੇਲੇ ਆਪਰੇਸ਼ਨ ਬਲੂ ਸਟਾਰ ਹੈ। ਜੀ। ਸੋ ਇਸ ਸਾਰੇ ਸੰਘਰਸ਼ ਦੇ ਵਿੱਚ ਪੋਸਟ ਪਾਰਟੀਸ਼ਨ ਜੇ ਕੋਈ ਸਭ ਤੋਂ ਅਹਿਮ ਘਟਨਾ ਹੈ, ਉਹ ਆਪਰੇਸ਼ਨ ਬਲੂ ਸਟਾਰ। ਸੋ ਇਹ ਸੰਘਰਸ਼ ਵਰਚੁਅਲੀ ਸ਼ੁਰੂ ਹੋ ਜਾਂਦਾ ਹੈ 3 ਤਰੀਕ ਜਿਹਦੇ ਨਾਲ ਆਪਰੇਸ਼ਨ ਬਲੂ ਸਟਾਰ ਰਿਲੇਟਡ ਹੈ। ਜੀ ਮੈਂ ਇਹ ਸਿਰਫ ਇਹ ਨਹੀਂ ਕਿ ਰੈਡੀਕਲ ਪੋਲਿਟਿਕਸ ਕਦੋਂ ਆਈ ਹੈ, ਜੀ। ਇਹ ਬਹੁਤ ਲੰਬੇ ਸਮੇਂ ਤੋਂ ਜਿਹੜੀ ਸਿਆਸਤ ਆ ਚੱਲ ਰਹੀ ਸੀ ਪੋਸਟ ਪਾਰਟੀਸ਼ਨ ਜੀ ਪੰਜਾਬ ਦੇ ਵਿੱਚ, ਉਹਨੇ ਇਸ ਸੰਘਰਸ਼ ਨੂੰ ਸਪੇਸ ਪ੍ਰੋਵਾਈਡ ਕੀਤੀ ਹੈ। ਸੋ ਜਿਹੜਾ ਅਕਾਲੀ ਦਲ ਦਾ ਰੋਲ ਹੈ, ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਸੀਨ ਤੇ ਆਉਂਦੇ ਹੈ ਜੀ। ਇਹ ਸਾਰਾ ਇੰਟਰਲਿੰਕਡ ਹੈ ਇੱਕ ਸਟੇਜ ਤੇ ਆ ਕੇ। ਜੀ 47 ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਜੀ ਅਚੀਵਮੈਂਟ ਅਲਟੀਮੇਟਲੀ ਤਾਂ ਕੁਝ ਵੀ ਨਹੀਂ ਗਈ। ਜੀ 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 ਚੰਡੀਗੜ੍ਹ ਵੀ ਗਵਾ ਬੈਠੇ। ਜੀ ਹਾਂਜੀ। ਸੋ ਉਹ ਲੰਬਾ ਇਤਿਹਾਸ ਹੈ। ਜੀ। ਤੇ ਜੇ ਆਪਾਂ ਇਮੀਡੀਏਟ ਲਈਏ ਕਿ ਬਲੂ ਸਟਾਰ ਘਰੋਂ ਤੋਂ ਸ਼ੁਰੂ ਹੁੰਦਾ ਹੈ, ਅਸੀਂ 78 ਜਿਹੜਾ ਸਿੱਖ ਦਰਕਾਰੀ ਕਲੈਸ਼ ਹੈ ਉਹਨੂੰ ਤੋਂ ਸ਼ੁਰੂ ਹੁੰਦਾ, ਉਹਨੂੰ ਅਸੀਂ ਇਮੀਡੀਏਟ ਡੇਟ ਮੰਨਦੇ ਹਾਂ ਤੇ ਉਹਨੂੰ ਕਾਸ ਮੰਨਦੇ ਹਾਂ। ਜੀ। ਉਸ ਤੋਂ ਪਹਿਲਾਂ ਜਿਹੜਾ ਸੀ ਸੰਘਰਸ਼, ਉਹ ਲਗਾਤਾਰ ਪੋਲੀਟੀਕਲ ਲੈਵਲ ਤੇ ਆ ਕੇ ਚੱਲਦਾ ਰਿਹਾ। ਜੀ। ਤੇ 66 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣ ਗਿਆ, ਤੇ ਫਿਰ ਬਾਕੀ ਦੇ ਛੋਟੀ ਛੋਟੀਆਂ ਮੰਗਾਂ ਰਹਿ ਗਈਆਂ ਵੀ ਹੁਣ ਚੰਡੀਗੜ੍ਹ ਲੈਣਾ ਹੈ ਜਾਂ ਪਾਣੀ ਦਾ ਮਸਲਾ ਖੜਾ ਹੋ ਗਿਆ। ਜੀ। ਉਹ ਰਿਲੇਟਡ ਹੈ ਜਿਹੜੀ ਅਕਾਲੀ ਦਲ ਦੀ ਸੱਤਾ ਦੀ ਪੋਲਿਟਿਕਸ ਹੈ, ਉਹਦੇ ਨਾਲ ਰਿਲੇਟਡ ਹੈ। ਜੀ। ਕਮਿਟਮੈਂਟ ਸਿੱਖ ਸੰਘਰਸ਼ ਨਾਲ ਉਹਦਾ ਸਿੱਖ ਸੰਘਰਸ਼ ਵਾਸਤੇ ਉਹ ਬੜੇ ਛੋਟੇ ਪੱਧਰ ਦੇ ਉਹਨੇ, ਉਹ ਛੋਟੇ ਪੱਧਰ ਦੇ ਲੋਕ। ਸਿੱਖ ਆਇਡੈਂਟੀਟੀ ਹੈ। ਸਿੱਖ ਸੰਘਰਸ਼ ਦੀ ਗੱਲ ਕਰੀਏ ਜੇਕਰ ਅਸੀਂ, ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਗੱਲ ਹੈ ਭਾਰਤ ਦੇ ਅੰਦਰ। ਬਿਲਕੁਲ ਹੈ ਜੀ। ਤੇ ਇਸ ਸੰਦਰਭ ਦੇ ਵਿੱਚ ਇੱਕ ਡੇਟ ਹੋਰ ਬਹੁਤ ਇੰਪੋਰਟੈਂਟ ਹੈ। SGPC ਦਾ ਇੱਕ ਬਹੁਤ ਅਹਿਮ ਰੋਲ ਹੈ ਕਿਸੇ ਵੇਲੇ, ਬਿਲਕੁਲ। ਪ੍ਰੀ ਪਾਰਟੀਸ਼ਨ ਵੀ ਤੇ ਪੋਸਟ ਪਾਰਟੀਸ਼ਨ ਵੀ। ਪ੍ਰੀ ਪਾਰਟੀਸ਼ਨ ਦੇ ਵਿੱਚ ਜੇ ਸਿੱਖ ਸਟੇਟ ਦੀ ਗੱਲ ਕੀਤੀ ਹੈ, ਉਹ SGPC ਨੇ ਕੀਤੀ ਹੈ। ਜੀ। ਪਾਕਿਸਤਾਨ ਦੇ ਰੈਜ਼ੋਲੂਸ਼ਨ ਦੀ ਅਪੋਜੀਸ਼ਨ ਜੇ ਹੋਈ ਹੈ, ਉਹ ਕਾਂਗਰਸ ਨੇ ਨਹੀਂ ਸੀ ਕੀਤੀ, ਉਹ ਸਿੱਖਾਂ ਨੇ ਕੀਤੀ ਸੀ, ਤੇ ਉਹਦੀ ਆਰਟੀਕੂਲੇਸ਼ਨ SGPC ਦੇ ਅਕਾਲੀ ਦਲ ਨੇ ਕੀਤੀ ਸੀ। ਜੀ। ਸੋ SGPC ਦੇ 2 ਮਤੇ ਪ੍ਰੀ 47 ਸਿੱਖ ਸਟੇਟ ਤੇ ਪਏ ਆ, ਸਿੱਖ ਆਇਡੈਂਟੀਟੀ ਤੇ ਪਏ ਆ। ਜੀ। ਹੁਣ ਮੈਂ ਸਿੱਧਾ 1979 ਤੇ ਆਉਣਾ SGPC ਤੇ। ਜੀ। ਇਲੈਕਸ਼ਨ ਤੋਂ ਬਾਅਦ, ਜਨਰਲ ਇਲੈਕਸ਼ਨ ਤੋਂ ਬਾਅਦ, ਇਹ ਹੁਣ ਖਾਸਾ ਇੰਪੋਰਟੈਂਟ ਹੈ ਇੱਥੇ ਆ ਕੇ, ਕਿਉਂਕਿ ਇਹਦੇ ਨਾਲ ਸੰਤ ਜਰਨੈਲ ਸਿੰਘ ਆ ਜੁੜਦੇ ਆ। ਉਹ ਦਮਦਮੀ ਟਕਸਾਲ ਤੋਂ ਨਿਕਲ ਕੇ ਕਿਸ ਤਰ੍ਹਾਂ ਫਿਰ ਇਸ ਸੰਘਰਸ਼ ਕੁੱਦਦੇ ਨੇ, ਇਕੱਠਾ ਚੱਲਦਾ ਹੈ। ਜੀ। ਬੜਾ ਇੱਥੇ ਬੜੀ ਇੰਟਰਸਟਿੰਗ ਕੰਟਰਡਿਕਸ਼ਨ ਹੈ। ਜੀ।
ਮਾਰਚ 79 ਚ ਐਸਜੀਪੀਸੀ ਦੀ ਜਨਰਲ ਹਾਊਸ ਦੀ ਇਲੈਕਸ਼ਨ ਹੈ, ਜਿਹਦੇ ਵਿੱਚ ਕੁਝ ਕਾਰਨਾਂ ਕਰਕੇ ਸੰਤ ਜਰਨੈਲ ਸਿੰਘ ਨੇ ਆਪਣੇ ਕੈਂਡੀਡੇਟ ਖੜੇ ਕੀਤੇ। ਜੀ। ਜਿਹੜੀ ਉਹਨਾਂ ਨੇ ਸ਼ਰਤ ਰੱਖੀ ਸੀ ਆਪਣੇ ਕੈਂਡੀਡੇਟ ਨਾ ਖੜੇ ਕਰਨ ਦੀ, ਉਹਦੇ 'ਚ ਜੇ ਕੋਈ ਲੀਡਰ ਅੜਿਆ ਸੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਜੀ। ਇਹਨਾਂ ਦਾ ਸੀ ਕਿ ਕੈਂਡੀਡੇਟ ਸਾਰੇ ਕਿਉਂਕਿ ਐਸਜੀਪੀਸੀ ਹੈ, ਅੰਮ੍ਰਿਤਧਾਰੀ ਹੋਣੇ ਚਾਹੀਦੇ। ਬਿਲਕੁਲ। ਤੇ ਇਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਜੀ। ਲੇਕਿਨ ਉਹ ਗੱਲ ਹੋ ਨਹੀਂ ਸਕੀ ਤੇ ਅਲਟੀਮੇਟਲੀ ਇਹਨਾਂ ਨੇ ਕਿਹਾ ਵੀ ਚਲੋ ਇਹ ਵੀ ਛੱਡ ਦਿੰਦੇ ਆ, ਤੇ ਬਾਦਲ ਸਾਹਿਬ ਨੇ ਇੱਕ ਕੈਂਡੀਡੇਟ ਹੋਰ ਖੜਾ ਕਰਤਾ ਬਿਆਸ ਤੋਂ, ਜੀ। ਜਿਸ ਹਲਕੇ ਦੇ ਵਿੱਚ ਮਹਿਤਾ ਚੌਕ ਪੈਂਦਾ, ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ। ਉਹ ਸੀ ਸਰਦਾਰ ਜੀਵਨ ਸਿੰਘ ਉਮਰਾ ਨੰਗਲ, ਉਸ ਵੇਲੇ ਮਾਲ ਮੰਤਰੀ ਸੀਗੇ। ਜੀ। ਜਦੋਂ 78 ਦੇ ਵਿੱਚ ਮੰਜੀ ਸਾਹਿਬ ਸਟੇਜ ਤੋਂ ਜਲੂਸ ਤੁਰਿਆ ਨਰਕਾਰੀਆਂ ਨੂੰ ਅਪੋਜ਼ ਕਰਨ ਵਾਸਤੇ, ਉਸ ਵੇਲੇ ਸਟੇਜ ਤੇ ਉਮਰਾ ਨੰਗਲ ਜੀ ਸੀਗੇ ਤੇ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਤੇ ਬਿਆਨ ਨਹੀਂ ਲਵਾ ਸਕਦਾ। ਨਿਰੰਕਾਰੀਆਂ ਦੇ ਸਟੇਜ ਤੇ ਝਗੜਾ ਹੁੰਦਾ ਹੈ। ਸੋ ਉਮਰਾ ਨੰਗਲ ਜੀ ਉਹ ਵਿਅਕਤੀ ਸੀਗੇ। ਸੋ ਸੰਤਾਂ ਨੇ ਕਿਹਾ ਵੀ ਤੁਸੀਂ ਘੱਟੋ ਘੱਟ ਇਹਨੂੰ ਨਾ ਖੜਾ ਕਰੋ ਤੇ ਮੈਂ ਆਪਣੇ ਕੈਂਡੀਡੇਟ ਖੜੇ ਨਹੀਂ ਕਰਦਾ। ਇੱਥੇ ਹੀ ਆ ਕੇ ਗੱਲ ਟੁੱਟਦੀ ਹੈ। ਜੀ। ਉਸ ਤੋਂ ਬਾਅਦ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਜੇ ਕਾਂਗਰਸ ਨੇ ਸਪੋਰਟ ਕੀਤਾ ਇਹਨਾਂ ਨੂੰ, ਜੀ, ਤੇ ਉਹਦਾ ਕਾਰਨ ਹੈ। ਲੇਕਿਨ ਇਹਦਾ ਇਹ ਮਤਲਬ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੀ ਕ੍ਰੀਏਸ਼ਨ ਹੈ। ਮੈਂ ਅੱਜ ਇਹ ਵੀ ਸ਼ਾਇਦ ਕਲੀਅਰ ਕਰ ਦਿਆਂ। ਇਹ ਪਹਿਲੀ ਵਾਰ ਕਲੀਅਰ ਹੋ ਰਿਹਾ ਕਿ ਕਿਸ ਤਰ੍ਹਾਂ ਜੀਵਨ ਸਿੰਘ ਉਮਰਾ ਨੰਗਲ ਨੂੰ ਕੈਂਡੀਡੇਟ ਬਣਾਉਣ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਨੇ ਕੈਂਡੀਡੇਟ ਖੜੇ ਕੀਤੇ, ਅਦਰਵਾਈਜ਼ ਨਹੀਂ ਸੀ ਕਰਦੇ। ਜੀ। ਜਾਂ ਕਾਂਗਰਸ ਦੀ ਸਪੋਰਟ ਲਈ ਹੈ, ਕਾਂਗਰਸ ਦੇ ਸਿੱਖ ਹਲਕਿਆਂ ਦੀ ਸਪੋਰਟ ਨਹੀਂ, ਕਾਂਗਰਸ ਨੇ ਦਿੱਤੀ ਹੈ। ਚਲੋ ਹਾਂ, ਦੋਵਾਂ 'ਚ ਫਰਕ ਹੈ। ਜੀ। ਜੀ ਹਾਂ, ਬਿਲਕੁਲ ਫਰਕ ਹੈ। ਪੀਪੀਸੀਸੀ ਦਾ ਰੈਜ਼ੋਲੂਸ਼ਨ ਹੈ ਬਕਾਇਦਾ ਅਫੀਸ਼ੀਅਲ, ਮੈਂ ਆਪਣੀ ਪਹਿਲੀ ਕਿਤਾਬ 'ਚ ਕੋਟ ਕੀਤਾ ਹੋਇਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮਤਾ ਪਾਇਆ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਐਸਜੀਪੀਸੀ ਦੀ ਚੋਣ ਐਂਟੀ ਬਾਦਲ ਅਸੀਂ ਸਪੋਰਟ ਕਰਾਂਗੇ। ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਖੜੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ। ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਜਿਹੜਾ ਵੀ ਖੜਾ ਹੋਏਗਾ। ਪੰਜਾਬ ਕਾਂਗਰਸ ਦਾ ਰੈਜ਼ੋਲੂਸ਼ਨ, ਇਹ ਰੈਜ਼ੋਲੂਸ਼ਨ ਹੈ ਤੇ ਤੁਸੀਂ ਛਾਪ ਰਹੇ ਹੋ। ਇਹ ਛਾਪਿਆ ਹੈ ਮੈਂ। ਜੀ। ਇਹ ਅਫੀਸ਼ੀਅਲ ਹੈ। ਜੀ। ਹੁਣ ਇਸ ਤੋਂ ਬਾਅਦ ਸਿਚੁਏਸ਼ਨ ਬੜੀ ਇੰਟਰਸਟਿੰਗ ਕਰ ਲੈਂਦੀ ਜਿੱਥੇ ਮੈਂ ਆ ਰਿਹਾ। ਜੀ। ਪਹਿਲੇ ਜਨਰਲ ਹਾਊਸ ਮੀਟਿੰਗ ਇਲੈਕਸ਼ਨ ਹੁੰਦੀ, ਆਪਣੇ ਆਫਿਸ ਬੇਰਰ ਦੀ ਇਲੈਕਸ਼ਨ ਹੁੰਦੀ ਹੈ। ਜੀ। ਹੋਈ ਉਸ ਮੀਟਿੰਗ ਜਿਹੜੇ ਮਤੇ ਆਏ, ਉਹਦੇ ਇੱਕ ਬਹੁਤ ਅਹਿਮ ਪ੍ਰੋਗਰਾਮ ਆਇਆ ਜਿਹਨੂੰ 5 ਪੁਆਇੰਟ ਪ੍ਰੋਗਰਾਮ ਕਿਹਾ ਜਾਂਦਾ ਹੈ। ਪਿਛਲੇ ਉਸ ਤੋਂ ਬਾਅਦ ਮੇਰੇ ਖਿਆਲ ਕੋਈ ਪੰਥਕ ਪ੍ਰੋਗਰਾਮ ਐਸਜੀਪੀਸੀ ਨੇ ਦਿੱਤਾ ਹੀ ਨਹੀਂ। ਜੀ। ਮੈਂ ਕਿਸੇ ਪ੍ਰੋਗਰਾਮ ਨੂੰ ਲਾਸਟ ਪੰਥਕ ਪ੍ਰੋਗਰਾਮ ਮੰਨਦਾ ਹੈ ਅਕਾਲੀ ਦਲ ਤੇ ਐਸਜੀਪੀਸੀ ਦੋਵਾਂ ਦਾ, ਉਹ 79 ਦਾ ਹੈ। ਓਕੇ। ਉਸ ਤੋਂ ਬਾਅਦ ਫਿਰ ਦਫਾੜ ਹੋ ਗਿਆ ਸਾਰਾ। ਹਾਂ, ਉਹ ਹੈ ਕਿ ਉਹ ਸਿੱਖ ਆਇਡੈਂਟੀਟੀ ਦੀ ਗੱਲ ਹੈ। ਸਿੱਖ ਵੱਖਰੀ ਕੌਮ, ਸਿੱਖ ਆਇਡੈਂਟੀਟੀ, ਇਹਨੂੰ ਲੈ ਕੇ ਸਾਰਾ ਥਰਸਟ ਹੈ। ਕੈਲੰਡਰ ਮੁੱਦਾ ਸੀ ਉਦੋਂ ਵੀ? ਨਹੀਂ, ਕੈਲੰਡਰ ਤਾਂ ਬਹੁਤ ਬਾਅਦ ਚ ਆਇਆ। ਜੀ। ਕੈਲੰਡਰ ਤਾਂ 20 ਸਾਲ ਬਾਅਦ ਦੇ ਵਿੱਚ ਆਉਂਦਾ। ਜੀ। ਉਦੋਂ ਕੈਲੰਡਰ ਮੁੱਦਾ ਨਹੀਂ ਸੀ। ਉਹ ਤਾਂ 300 ਸਾਲਾਂ ਵੇਲੇ ਆਇਆ। ਸਿੱਖ ਆਇਡੈਂਟੀਟੀ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਜੀ। ਜਿਹਦੇ ਤੇ ਅੱਗੇ ਸੰਤ ਜਰਨੈਲ ਸਿੰਘ ਜਿਹੜਾ ਇਸ਼ੂ ਟੇਕ ਅਪ ਕਰਦੇ ਆ। ਉਸ ਤੋਂ ਬਾਅਦ ਅਕਾਲੀ ਦਲ ਨੇ ਸੰਤ ਹਰਚੰਦ ਸਿੰਘ ਲੋਗੋਵਾਲ ਜਦੋਂ ਪ੍ਰਧਾਨ ਬਣ ਗਏ, ਉਹਨਾਂ ਨੇ ਇਹ ਗੱਲ ਕੀਤੀ। ਸੋ ਉਸ ਪੁਆਇੰਟ ਤੇ ਉਸ ਇਲੈਕਸ਼ਨ 'ਚ ਫਿਰ ਲੌਂਗੋਵਾਲ ਪ੍ਰਧਾਨ ਬਣੇ ਸੀ। ਐਸਜੀਪੀ ਅਕਾਲੀ ਨਹੀਂ, ਉਹਦੇ ਵਿੱਚ ਗੁਰਚਰਨ ਸਿੰਘ ਟੌੜਾ ਹੀ ਪ੍ਰਧਾਨ ਬਣਦੇ। ਰਾਏ ਪ੍ਰਧਾਨ ਗੁਰਚਰਨ ਸਿੰਘ ਟੌੜਾ ਹੀ ਹੈ ਲਗਾਤਾਰ। ਅਕਾਲੀ ਦਲ ਦੇ ਵਿੱਚ ਏਜ ਆ ਗਈ। ਉਸ ਤੋਂ ਬਾਅਦ 79 'ਚ ਸੰਤ ਲੋਂਗੋਵਾਲ ਪ੍ਰਧਾਨ ਆ ਗਏ। ਜਦੋਂ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਆ ਗਈ ਤੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਸੱਤਾ 'ਚੋਂ ਬਾਹਰ ਹੋ ਗਿਆ। ਉਹ ਉਸ ਤੋਂ ਬਾਅਦ ਟਰਨ ਆਉਂਦੀ ਹੈ ਸਾਰੀ। ਜੀ। ਐਸਜੀਪੀਸੀ ਨੇ ਇਹ ਮਤਾ ਉਸ ਵੇਲੇ ਪਾਸ ਕੀਤਾ ਜਦੋਂ ਅਕਾਲੀ ਦਲ ਪਾਵਰ 'ਚ ਸੀ। ਜੀ। ਅਕਾਲੀ ਦਲ ਨੇ ਉਦੋਂ ਕੀਤਾ ਜਦੋਂ ਪਾਵਰ 'ਚੋਂ ਬਾਹਰ ਹੋ ਗਏ। ਦੋਵਾਂ 'ਚ ਫਰਕ ਹੈ। ਦੇਖੋ ਇੱਥੇ ਕੰਟਰਡਿਕਸ਼ਨ ਹੈ। ਬਾਦਲ ਸਾਹਿਬ ਜਿੰਨੇ ਚਿਰ ਸੀਐਮ ਰਹੇ ਉਹਨਾਂ ਚਿਰ ਅਕਾਲੀ ਦਲ ਨੇ ਪਾਸ ਨਹੀਂ ਕੀਤਾ, ਐਸਜੀਪੀਸੀ ਪਾਸ ਕਰਦੀ ਹੈ। ਅਨੰਦਪੁਰ ਸਾਹਿਬ ਦਾ ਮਤਾ ਨਾ, ਸਿੱਖਸ ਆਰ ਏ ਸੈਪਰੇਟ ਨੇਸ਼ਨ। ਜੀ। ਸਿੱਖ ਆਇਡੈਂਟੀਟੀ, ਸਿੱਖ ਆਰ ਸੈਪਰੇਟ ਨੇਸ਼ਨ। ਜੀ। ਅਨੰਦਪੁਰ ਸਾਹਿਬ ਦਾ ਮਤਾ ਤਾਂ 78 'ਚ ਪਾਸ ਹੋ ਗਿਆ, 78 'ਚ ਡਾਇਲਿਊਟ ਹੋ ਗਿਆ। 79 'ਚ ਹੁੰਦੀ ਇਲੈਕਸ਼ਨ। ਮੈਂ ਉੱਥੇ ਵੀ ਆਉਣਾ। ਜੀ। ਜੀ। ਇਸ ਮਤੇ ਨੇ ਰੈਡੀਕਲ ਪੋਲਿਟਿਕਸ ਦੇ ਵਿੱਚ ਬਹੁਤ ਅਹਿਮ ਰੋਲ ਪਲੇ ਕੀਤਾ ਹੈ। ਕਿਉਂਕਿ ਸਾਰੇ ਜਿਹੜੇ ਸੰਘਰਸ਼ ਹੈ ਉਹ ਸਿੱਖ ਆਇਡੈਂਟੀਟੀ ਤੇ ਹੀ ਬੇਸਡ ਹੈ। ਤੇ ਉਹਦੀ ਜਿਹੜੀ ਆਈਡੀਓਲੋਜੀਕਲ ਇਨਪੁਟ ਹੈ ਉਹ ਐਸਜੀਪੀਸੀ ਦੇ ਮਤੇ 'ਚ ਹੈ। ਜੀ।
ਆਪਾਂ ਐਸਜੀਪੀਸੀ ਦੀ ਮਹੱਤਤਾ ਦੀ ਗੱਲ ਕਰ ਰਹੇ ਹਾਂ ਨਾ, ਇਸ ਕਰਕੇ ਉਸ ਮਤੇ ਦੀ ਜੀ, ਜਿਹੜਾ ਕਿਹਾ ਜਾਂਦਾ ਵੀ ਗੁਰਚਰਨ ਸਿੰਘ ਟੌਹੜਾ ਕਾਮਰੇਡ ਸੀ ਜੀ, ਇਹ ਸੀ ਜੀ, ਉਹ ਸੀ ਜੀ। ਸਭ ਤੋਂ ਵੱਡੀ ਕੰਟਰੀਬਿਊਸ਼ਨ ਉਹਨਾਂ ਦੇ ਦੋ ਆਈਡੀਓਲੋਜੀਕਲ ਕੰਟਰੀਬਿਊਸ਼ਨ ਹੈਗੀਆਂ। ਇੱਕ 78 ਦੇ ਵਿੱਚ ਜਿਹੜਾ ਫੈਡਰਲ ਸਟਰਕਚਰ ਹੈ, ਉਸ ਤੋਂ ਵਧੀਆ ਐਕਸਪਲੇਨੇਸ਼ਨ ਕਿਸੇ ਨੇ ਨਹੀਂ ਦਿੱਤੀ ਜਿੰਨੀ ਗੁਰਚਰਨ ਸਿੰਘ ਟੌਹੜਾ ਦੀ ਸਪੀਚ ਆ ਲੁਧਿਆਣੇ ਦੀ ਜੀ, ਜਦੋਂ ਐਸਜੀਪੀਸੀ ਆਪਣੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਡਾਇਲੂਟ ਕੀਤਾ। ਇੱਕ ਉਹ ਤੇ 79 ਸਿੱਖ ਆਈਡੈਂਟੀਟੀ, ਦੋ ਬਹੁਤ ਵੱਡੀਆਂ ਕੰਟਰੀਬਿਊਸ਼ਨ ਟੌਹੜਾ ਸਾਹਿਬ ਦੀ ਹੈਗੀ ਜੀ। ਹੁਣ ਆਪਾਂ ਅੱਗੇ ਚੱਲੀਏ ਜੀ। ਅਕਾਲੀ ਦਲ ਸੱਤਾ ਚੋਂ ਬਾਹਰ ਹੋ ਜਾਂਦਾ ਹੈ 1980 ਦੇ ਵਿੱਚ ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਿਆਸਤ ਸੋਚਦੀ ਹੈ ਮੋਰਚਾ ਲਾਉਣ ਦੀ। 1980 ਅਗਸਤ ਦੇ ਵਿੱਚ ਇਹਨਾਂ ਦੀ ਵਰਕਿੰਗ ਕਮੇਟੀ ਮੀਟਿੰਗ ਹੁੰਦੀ ਹੈ ਜੀ, ਜਿਹਦੇ ਵਿੱਚ ਵਾਪਸ ਇਹ ਅਨੰਦਪੁਰ ਸਾਹਿਬ ਦੇ ਮਤੇ ਤੇ ਆਉਂਦੇ ਆ 1973 ਵਾਲਾ ਜੀ, ਜਿਹੜਾ ਕਿ 78 ਦੇ ਵਿੱਚ ਇਹਨਾਂ ਨੇ ਡਾਇਲੂਟ ਕਰਤਾ ਸੀ। ਆਪ ਹੀ ਕਰਤਾ ਸੀ। 1980 ਦੀ ਮੀਟਿੰਗ ਦੇ ਵਿੱਚ ਇੱਕ ਹੋਰ ਬਹੁਤ ਅਹਿਮ ਮਤਾ ਆਉਂਦਾ ਹੈ ਜੀ, ਜਿਹੜਾ ਹੁਣ ਤੱਕ ਇਗਨੋਰਡ ਹੈ। ਮੈਂ ਤੁਹਾਨੂੰ ਉਹ ਜੀ ਬਿਨਾਂ ਐਨਕ ਤੋਂ ਪੜ੍ਹ ਕੇ ਸੁਣਾ ਦੇਣਾ ਜਾਂ ਤੁਸੀਂ ਪੜ੍ਹ ਦਿਓ ਜੀ। ਬਈ ਅਕਾਲੀ ਦਲ ਦਾ ਕੀ ਰੋਲ ਹੈ ਮਿਲੀਟੈਂਸੀ ਦੇ ਵਿੱਚ। ਜਿਹੜੀ ਮਿਲੀਟੈਂਸੀ ਨੂੰ ਲੈਜੀਟੀਮੇਸੀ ਮਿਲੀ ਹੈ, ਉਹ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਦਿੱਤੀ ਹੈ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਕਿੰਗ ਕਮੇਟੀ ਦੇ ਮੈਂਬਰ ਸੀ ਜੀ। ਇਹ ਹੈ ਜੀ ਅਗਸਤ 20 1980 ਦਾ ਮਤਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾ ਇਹ ਸਮਾਗਮ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਨਾਮ ਰਸੀਏ ਸਾਥੀ 13 ਸਿੰਘਾਂ ਦੇ ਵਿਸਾਖੀ 1978 ਵਿੱਚ ਨਰਕਧਾਰੀਆਂ ਹੱਥੋਂ ਸ਼ਹੀਦ ਹੋ ਜਾਣ ਉਪਰੰਤ ਕਾਨਪੁਰ ਅਤੇ ਦਿੱਲੀ ਵਿਖੇ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਸ਼ਹਾਦਤ ਨੂੰ ਸਿੱਖ ਇਤਿਹਾਸ ਦਾ ਸੁਨਹਿਰੀ ਕਾਂਡ ਸਮਝਦਾ ਹੈ, ਕਿਉਂਕਿ ਇਹਨਾਂ ਸਿੱਖ ਸ਼ਹੀਦਾਂ ਨੇ ਸਿੱਖੀ ਅਰਦਾਸ, ਸ਼ਬਦ ਗੁਰੂ ਦੇ ਸਤਿਕਾਰ ਅਤੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਤੇ ਸਦਾ ਸਿੱਖ ਕੌਮ ਮਾਣ ਅਤੇ ਗੌਰਵ ਕਰਦੀ ਰਹੇਗੀ। ਹੁਣ ਅੱਗੇ ਇੰਟਰਸਟਿੰਗ ਹੈ, ਉਪਰੰਤ ਕਿਸੇ ਸੂਰਬੀਰ ਬਹਾਦਰ ਵੱਲੋਂ ਨਰਕਧਾਰੀ ਨੂੰ ਖਤਮ ਕਰਨ ਦਾ ਜੋ ਮਹਾਨ ਕਾਰਨਾਮਾ ਕੀਤਾ ਗਿਆ ਹੈ, ਉਸ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਘੱਟ ਜੀ। ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਜੀ। ਜੋ ਸੋਧਾ ਲਾਉਣ ਦੀ ਪਰੰਪਰਾ ਹੈ ਸਿੱਖੀ 'ਚ, ਉਹਦੀ ਇੱਕ ਤਾਂ ਉਹਨੂੰ ਦੁਬਾਰਾ ਰਿਵਾਈਵ ਕੀਤਾ ਤੇ ਉਹਦਾ ਪ੍ਰਸ਼ੰਸਾ ਕੀਤੀ ਹੈ। ਹਾਂ, ਜਿਹੜਾ ਬਾਅਦ ਦੇ ਵਿੱਚ ਕ੍ਰਿਟਿਸਾਈਜ਼ ਕਰਦੇ ਆ ਵੀ ਅਸੀਂ ਵਾਰਿਸ ਦੇ ਖਿਲਾਫ ਹੈ, ਇਹ ਮਤਾ ਪਿਆ ਅਕਾਲੀ ਦਲ ਦਾ ਮਤਾ ਹੈ। ਅਕਾਲੀ ਦਲ ਦਾ ਮਤਾ ਹੈ ਜੀ। ਇਹਨਾਂ ਨੇ ਨਰਕਾਰੀ ਚੀਫ ਦੀ ਕਿਲਿੰਗ ਨੂੰ ਜੀ ਮਤਾ ਪਾ ਕੇ ਜਸਟੀਫਾਈ ਕੀਤਾ ਜੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਿਲੀਟੈਂਸੀ ਅੱਗੇ ਸ਼ੁਰੂ ਹੁੰਦੀ ਹੈ। ਜੀ ਜੀ। ਤੁਸੀਂ ਆਖਰੀ ਵਾਰ ਸੰਤ ਭਿੰਡਰਾਂ ਵਾਲਿਆਂ ਨੂੰ ਕਦੋਂ ਮਿਲੇ ਆਪਣੇ ਕੰਮ ਦੇ ਸਿਲਸਿਲੇ 'ਚ? ਮੈਂ 79 ਦੇ ਵਿੱਚ ਅੰਮ੍ਰਿਤਸਰ ਪੋਸਟ ਹੋਇਆ ਸੀਗਾ ਜੀ, ਮਾਰਚ ਦੇ ਵਿੱਚ, ਤੇ 81 ਦੇ ਵਿੱਚ ਮੈਂ ਵਾਪਸ ਆ ਗਿਆ ਸੀ। ਪਰ ਮੈਂ ਲਗਾਤਾਰ ਹੀ ਜਾਂਦਾ ਰਿਹਾ ਅੰਮ੍ਰਿਤਸਰ, ਹਰ ਇਵੈਂਟ ਜਿਹੜੀ ਮੇਜਰ ਸੀਗੀ ਦਰਬਾਰ ਸਾਹਿਬ 'ਚ ਉਹ ਮੈਂ ਕਵਰ ਕੀਤੀ ਹੈ। ਤੇ ਲਾਸਟ ਮੈਂ ਗਿਆ ਕਵਰ ਕਰਨ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੀਟਿੰਗ ਸੀ, ਜਿਹਦਾ ਤੁਸੀਂ ਜ਼ਿਕਰ ਕੀਤਾ ਹੈ 24 ਮਈ ਦੀ ਜੀ, ਜਿਹਦੇ ਵਿੱਚ ਉਹਨਾਂ ਨੇ ਫੂਡ ਬਲੌਕੇਡ ਦਾ ਮਤਾ ਪਾਸ ਕੀਤਾ ਸੀ ਕਿ 2 ਜੂਨ ਤੋਂ ਅਸੀਂ ਪੰਜਾਬ ਤੋਂ ਬਾਹਰ ਫੂਡ ਗ੍ਰੇਨ ਸਪੈਸ਼ਲ ਲਈ ਜਾਣ ਜਾਣੀਆਂ। ਤੇ ਨਾਰਮਲ ਹੁੰਦਾ ਸੀ ਵੀ ਜਦੋਂ ਵੀ ਜਾਣਾ ਸੰਤ ਜਰਨੈਲ ਸਿੰਘ ਹੋਰਾਂ ਨੂੰ ਮਿਲ ਕੇ ਆਉਣਾ, ਕਿ ਉਹ ਪੁਰਾਣਾ ਸੰਬੰਧ ਚੱਲਿਆ ਆ ਰਿਹਾ ਸੀ, ਮਿਲਦੇ ਰਹਿੰਦੇ ਸੀ ਕਿਸੇ ਲਗਾਤਾਰ ਹੀ ਜੀ। ਤੇ 25 ਮਈ ਨੂੰ ਲਾਸਟ ਮਿਲਿਆ ਜੀ। 25 ਮਈ 1984 ਨੂੰ 1984 ਨੂੰ ਜੀ। ਉਹ ਕੀ ਸੀ ਮੁਲਾਕਾਤ? ਮੈਂ ਪੂਰੀ ਸੁਣਾਉਂਦਾ ਜੀ। ਸਵੇਰੇ 11 ਵਜੇ, ਤੇ ਉਹ ਕਿਤੇ ਸੁੱਤੇ ਵੀ ਰਹੇ, ਕਿਤੇ 9 ਵਜੇ ਸਵੇਰੇ ਸੌਂ ਗਏ ਤਾਂ ਰਾਤ ਕਿਤੇ ਜਾਗਦੇ ਰਹੇ ਸੀਗੇ ਜੀ। ਤੇ ਬਾਹਰ ਕਮਰੇ ਦੇ ਅਕਾਲ ਤਖਤ ਤੇ ਆਪਣੇ ਭਾਈ ਅਮਰੀਕ ਸਿੰਘ, ਰਸ਼ਪਾਲ ਸਿੰਘ ਇਹਨਾਂ ਦਾ ਪੀਏ, ਇਹ ਸਾਰੇ ਬੈਠੇ ਰਹੇ ਸੀ। ਸੋ 11 ਵਜੇ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਤੇ ਜਨਤਾ ਇੱਕਦਮ ਲੋਕ ਰਸ਼ ਕੀਤੇ ਅੰਦਰ। ਸੋ ਉਹਨਾਂ ਨੇ ਮੈਨੂੰ ਵੀ ਦੇਖ ਲਿਆ। ਮੈਂ ਕਿਹਾ ਵੀ ਤੁਸੀਂ ਭੁਗਤਾ ਲਓ। ਕਹਿੰਦੇ ਮੈਂ ਅੱਧੇ ਘੰਟੇ 'ਚ ਭੁਗਤਾ ਦਿੰਦਾ ਸਾਰਾ। ਤੇ ਮੈਂ ਪਾਸੇ ਬੈਠ ਗਿਆ ਤੇ ਸਾਰੇ ਭੁਗਤ ਗਏ ਤੇ ਇਕੱਲਾ ਭਾਈ ਅਮਰੀਕ ਸਿੰਘ ਰਹਿ ਗਿਆ ਸੀਗਾ ਜੀ। ਮੈਂ ਕਿਹਾ ਜੀ ਹੁਣ ਇਹਨਾਂ ਨੂੰ ਵੀ ਬਾਹਰ ਭੇਜ ਦਿਓ।
ਉਹ ਕਾਰਨ ਕੋਈ ਹੋਰ ਸੀ ਪਰਸਨ। ਜੀ ਫਿਰ ਗੱਲ ਸ਼ੁਰੂ ਹੋਈ। ਗੱਲ ਸ਼ੁਰੂ ਇੱਥੋਂ ਹੋਈ ਵੀ ਸਿਚੁਏਸ਼ਨ ਬਹੁਤ ਟੈਂਸ ਹੈ ਇਸ ਵੇਲੇ, ਤੇ ਵੇ ਆਊਟ ਕੀ ਹੈ। ਗੱਲ ਚੱਲਦੀ ਆ ਗਈ ਵੀ ਸੈਂਟਰ ਨਾਲ ਗੱਲਬਾਤ ਦੀ ਕੋਈ, ਤਾਂ ਉਹ ਬਹੁਤ ਇੰਟਰਸਟਿੰਗ ਫੀਡਬੈਕ ਸੀਗੀ ਜਿਹੜੀ ਉਸ ਵੇਲੇ ਮੈਂ ਵੀ ਹੈਰਾਨ ਸੀ ਇੱਕਦਮ। ਉਹ ਕਹਿੰਦੇ ਮੈਂ ਸਮਝੌਤੇ ਵਾਸਤੇ ਤਿਆਰ ਹੈ। ਓਕੇ, ਸਮਝੌਤੇ ਵਾਸਤੇ ਤਿਆਰ ਸੀ? ਬਿਲਕੁਲ ਤਿਆਰ ਹੈ ਜੀ। ਪਰ ਸਮਝੌਤਾ ਲਫ਼ਜ਼ ਸੀਗਾ ਵੀ ਡਿਗਨੀਫਾਈਡ, ਆਨਰੇਬਲ, ਉਹ ਅਕਾਲੀ ਦਲ ਨਾਲ ਹੋਵੇ। ਉਹ ਕਹਿੰਦੇ ਇਹ ਮੋਰਚਾ ਅਕਾਲੀ ਦਲ ਦਾ ਹੈ, ਮੈਂ ਸਿਰਫ ਪਹਿਰਾ ਦੇ ਰਿਹਾ। ਧਰਮ ਯੁੱਧ ਮੋਰਚਾ ਜੀ। ਸੋ ਜਿਹੜੀ ਪਾਰਟੀ ਲੀਡ ਕਰ ਰਹੀ ਹੈ ਮੋਰਚੇ ਨੂੰ, ਸਮਝੌਤਾ ਉਹਦੇ ਨਾਲ ਹੋਣਾ ਚਾਹੀਦਾ ਹੈ ਤੇ ਡਿਗਨੀਫਾਈਡ ਹੋਣਾ ਚਾਹੀਦਾ। ਉਹਨਾਂ ਨੇ ਇਸ ਤੋਂ ਬਾਅਦ ਕੁਛ ਡਿਫਾਈਨ ਨਹੀਂ ਕੀਤਾ। ਨਾਲ ਆਪਣੀਆਂ ਦੋ ਗੱਲਾਂ ਕੀਤੀਆਂ। ਇੱਕ ਮੈਨੂੰ ਯਾਦ ਆ ਹੁਣ ਤੱਕ ਵੀ, ਸਾਡੇ ਬੰਦੇ ਰਿਹਾ ਕਰ ਦੇਣ ਜੀ। ਤੇ ਇੱਕ ਹੋਰ ਸੀ, ਕਹਿੰਦੇ ਜੀ ਇਹ ਹੋ ਜਾਏ ਤੇ ਕਹਿੰਦਾ ਮੈਂ ਤਾਂ ਚੌਕ ਵਾਪਸ ਚਲਾ ਜਾਊਂਗਾ। ਦਮਦਮੀ ਟਕਸਾਲ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ, ਜਿੱਥੋਂ ਕਿਤੇ 19 ਜੁਲਾਈ 1982 ਨੂੰ ਉੱਠ ਕੇ ਆਏ ਸੀ ਜਿੱਥੋਂ ਲਾਸਟ। ਜੀ। ਉਹ ਕਹਿੰਦੇ ਮੈਂ ਉੱਥੇ ਚਲਾ ਜਾਊਂ ਵਾਪਸ। ਜੀ। ਉਸ ਤੋਂ ਬਾਅਦ ਤੁਹਾਡੀ ਮੀਟਿੰਗ 26 ਮਈ ਦੀ ਲਾਸਟ ਅਕਾਲੀ ਦਲ ਦੀ ਦਿੱਲੀ ਨਾਲ ਹੈ। ਮਿਸਟਰ ਗਾਂਧੀ ਨਾਲ ਨਹੀਂ ਹੋਈ ਜੀ, ਮਿਨਿਸਟਰਾਂ ਨਾਲ, ਜਿਹੜਾ 3 ਮੈਂਬਰ ਸੀ ਡੈਲੀਗੇਸ਼ਨ ਜੀ, ਤੇ ਜਿੱਥੇ ਸਾਰੀ ਗੱਲ ਵਰਚੁਅਲੀ ਨਿਬੜ ਜਾਂਦੀ ਹੈ ਜੀ, ਜੋ ਟੌੜਾ ਸਾਹਿਬ ਦੱਸਦੇ ਆ ਜੀ, ਕਿਉਂ ਬਾਦਲ ਸਾਹਿਬ ਤਾਂ ਕਦੇ ਬੋਲੇ ਹੀ ਨਹੀਂ ਨਾ, ਇਹ ਤਾਂ ਕਦੇ ਸੀਕ੍ਰੇਟ ਮੀਟਿੰਗ ਦੇ ਬਾਰੇ ਮੰਨੇ ਹੀ ਨਹੀਂ ਵੀ ਸਾਡੀ ਸੀਕ੍ਰੇਟ ਮੀਟਿੰਗ ਹੁੰਦੀਆਂ ਸੀਗੀਆਂ। ਹੁਣ ਤੱਕ ਨਹੀਂ ਮੰਨੇ। ਲਾਸਟ ਸੀਕ੍ਰੇਟ ਮੀਟਿੰਗ ਸੀ ਜੀ। ਇਹਨਾਂ ਨੂੰ ਕਿਹਾ ਵੀ ਤੁਸੀਂ ਵੇਟ ਕਰੋ, ਤੇ 2 ਘੰਟੇ ਬਾਅਦ ਉਹ ਮਿਨਿਸਟਰ ਆਏ, ਕਹਿੰਦੇ ਸੌਰੀ ਮੈਡਮ ਐਗਰੀ ਨਹੀਂ ਕਰਦੀ। ਉੱਥੇ ਗੱਲ ਟੁੱਟਦੀ ਹੈ ਜੀ। 25 ਮਈ ਨੂੰ ਮੇਰੀ ਮੁਲਾਕਾਤ ਹੈ ਜਰਨੈਲ ਸਿੰਘ ਨਾਲ, ਜਿੱਥੇ ਉਹ ਤਿਆਰ ਹੈ ਸਮਝੌਤੇ ਵਾਸਤੇ। ਇਹਦਾ ਮਤਲਬ ਹੈ ਕਿ ਜਰਨੈਲ ਸਿੰਘ ਦੀ ਵੀ ਗੱਲ ਉੱਥੇ ਮੀਟਿੰਗ ਦੇ ਵਿੱਚ ਹੋਈ ਸੀ। ਇਹਨਾਂ ਦੀ ਜ਼ਿੰਮੇਵਾਰੀ ਟੌੜਾ ਸਾਹਿਬ ਨੇ ਲਈ ਸੀ ਜੀ, ਬਈ ਉਹਨਾਂ ਨੂੰ ਮੈਂ ਬਣਾ ਲੂੰਗਾ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਗੱਲਬਾਤ ਕੋਈ ਹੋ ਚੁੱਕੀ ਸੀ ਟੌੜਾ ਸਾਹਿਬ ਨਾਲ। ਸੋ ਉਹਨਾਂ ਨੇ ਉੱਥੇ ਕਨਵੇ ਕਰਤਾ ਸੀ। ਮਤਲਬ ਕਿ ਟੌੜਾ ਸਾਹਿਬ ਨੇ ਸੰਤ ਜਰਨੈਲ ਸਿੰਘ ਉਹਨਾਂ ਦੇ ਬਿਹਾਫ ਦੇ ਉੱਤੇ ਠੋਕ ਕੇ ਕਹਿ ਦਿੱਤਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ। ਮੈਂ ਸੋਚਿਆ ਵੀ ਸ਼ਾਇਦ ਮੈਂ ਗਲਤ ਸੁਣਿਆ ਹੋਵੇ ਜੀ। ਫਿਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮੈਨੂੰ ਇੱਕ ਦਿਨ ਬੈਠੇ ਪੰਜਾਬ ਕਾਂਗਰਸ ਭਵਨ, ਰਘੁਨੰਦਨ ਲਾਲ ਭਾਟੀਆ ਉਹ ਹੁੰਦਾ ਸੀ ਪ੍ਰਧਾਨ ਕਾਂਗਰਸ। ਉਹਨੇ ਡੈਥ ਹੋਈ ਉਹਨਾਂ ਦੀ। ਉਹਨੇ ਡੈਥ ਹੋਈ ਜੀ। ਉਹ ਬੈਠੇ ਗੱਲ ਚੱਲ ਰਹੀ ਸੀ ਕਿ ਅੰਮ੍ਰਿਤਸਰ ਤੋਂ ਮੇਰੇ ਪੁਰਾਣੀ ਉਹਨਾਂ ਨਾਲ ਵਾਕਫੀਅਤ ਸੀਗੀ ਜੀ, ਤੇ ਉਹ ਸੰਤ ਜਰਨੈਲ ਸਿੰਘ ਕੋਲ ਉਹਨਾਂ ਦਾ ਆਉਣ ਜਾਣ ਸੀ ਕਿਸੇ। ਉਹ ਕਹਿੰਦੇ ਵੀ, ਮੈਂ ਕਿਹਾ ਜੀ ਆਹ ਗੱਲ ਮੇਰੀ ਲਾਸਟ ਹੋਈ ਸੀ। ਉਹ ਕਹਿੰਦੇ ਵੀ ਇਸ ਤੋਂ ਵੀ ਚੱਲ ਅੱਗੇ। ਕਹਿੰਦਾ ਤੇਰੇ 2-3 ਦਿਨ ਬਾਅਦ ਇੱਕ ਹੋਰ ਸੱਜਣ ਮਿਲਿਆ। ਕਹਿੰਦਾ ਉਹ ਵੀ ਇਹੀ ਗੱਲ ਹੋਈ ਸਾਰੀ। ਮੀਡੀਆ ਤੋਂ ਹੀ ਸੀ ਉਹ ਵੀ? ਨਹੀਂ ਜੀ, ਪੋਲੀਟਿਕਸ ਜੀ। ਉਸ ਤੋਂ ਇੱਕ ਦਿਨ ਬਾਅਦ ਉਹ ਸੱਜਣ ਹਜੇ ਜਿਉਂਦੇ ਹੈ ਜੀ। ਉਹ ਉਦੋਂ ਯੰਗ ਸੀ ਯੂਥ ਕਾਂਗਰਸ ਦੇ ਵਿੱਚ। ਉਹਦਾ ਨਾਂ ਹੈ ਹਰਨੇਕ ਸਿੰਘ ਘੜੂਆ ਜੀ। ਤੁਹਾਡੇ ਨੇੜੇ ਰਹਿੰਦੇ ਜੀ, ਬਿਲਕੁਲ ਘੜੂਏ ਦੇ। ਹਾਂ, ਮੈਨੂੰ 5 ਮਹੀਨੇ ਪਹਿਲਾਂ ਕਿਤੇ ਮਿਲ ਕੇ ਕਿਤੇ ਬੈਠੇ ਗੱਲ ਹੋ ਰਹੀ ਸੀ। ਉਹ ਕਹਿੰਦਾ ਇੱਕ ਤਾਂ ਮੈਂ ਮਿਲਿਆ ਸੀ ਲਾਸਟ ਤੇ ਜੀ, ਤੇ ਇਹੀ ਗੱਲ ਲਗਾਤਾਰ ਹਰਨੇਕ ਹੋਰਾਂ ਨੂੰ ਵੀ ਕੀਤੀ ਸੀ। ਸੋ ਸੰਤ ਜਰਨੈਲ ਸਿੰਘ ਤਿਆਰ ਸੀ। ਸੋ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਨਾ, ਇਹ ਅਵਾਇਡੇਬਲ ਐਕਸ਼ਨ ਸੀ। ਟਲ ਸਕਦਾ ਸੀ। ਟਾਲਣ ਦੀ ਸੰਤਾ ਵੱਲੋਂ ਕੋਸ਼ਿਸ਼ ਪੂਰੀ ਕੀਤੀ ਗਈ, ਇਹਨਾਂ ਵੱਲੋਂ ਪੂਰੀ ਕੋਸ਼ਿਸ਼, ਸੁਨੇਹੇ ਵੀ ਭੇਜੇ ਗਏ ਨੇ। ਹਾਂ, ਪਰ ਟਲਿਆ ਕਿਉਂ ਨਹੀਂ, ਇਹ ਵੱਡਾ ਸਵਾਲ ਹੈ। ਇਹਦਾ ਜਵਾਬ ਇੱਕ ਸਟੇਜ ਤੇ ਸਰ ਵੀਰ ਦਵਿੰਦਰ ਸਿੰਘ ਨੇ ਦਿੱਤਾ ਜੀ। ਉਹ ਵੀ ਇੱਕ ਮੀਟਿੰਗ ਦੇ ਵਿੱਚ ਸੀਗੇ ਜੀ। ਉਹਨਾਂ ਨੇ ਫਿਰ ਪੰਜਾਬੀ ਟ੍ਰਿਬਿਊਨ ਪਿਛਲੇ ਸਾਲ ਆਰਟੀਕਲ ਲਿਖਿਆ ਜੀ, ਜਿਹਦੇ 'ਚ ਉਹ ਕਹਿੰਦੇ ਵੀ ਮਿਸਟਰ ਗਾਂਧੀ ਚਾਹੁੰਦੇ ਸੀ ਕਿ ਸੰਤ ਜਰਨੈਲ ਸਿੰਘ ਸਰੈਂਡਰ ਕਰਨ ਤਾਂ ਕਿ ਇਹਨੂੰ ਆਪਣੀ ਜਿੱਤ ਪੇਸ਼ ਕਰਾਂ ਜੀ। ਮੈਂ ਇੰਨੀ ਛੋਟੀ ਗੱਲ ਤੇ, ਚਲੋ ਇਹ ਇੰਟਰਪ੍ਰੀਟੇਸ਼ਨ ਉਹਨਾਂ ਦੀ ਹੋ ਸਕਦੀ ਹੈ, ਗੱਲਾਂ ਇੰਨੀ ਛੋਟੀਆਂ ਨਹੀਂ ਹੋਇਆ ਕਰ ਸਕਦੀਆਂ ਇੰਨੇ ਵੱਡੇ ਆਪਰੇਸ਼ਨ ਦੇ ਵਿੱਚ ਜੀ ਜੀ ਜੀ। ਇਹ ਨਹੀਂ ਕਿ ਵੀ ਜੇ ਉਹ ਸਰੈਂਡਰ ਕਰਨ ਨੂੰ ਨਹੀਂ ਮੰਨੇ ਤਾਂ ਆਪਰੇਸ਼ਨ ਕਰ ਦੋ, ਇਹ ਨਹੀਂ ਹੋਇਆ ਕਰਦਾ। ਹਾਂਜੀ, ਇਹ ਆਪਰੇਸ਼ਨ ਇੰਡੀਅਨ ਸਟੇਟ ਮਿੱਥ ਕੇ ਬੈਠੀ ਸੀ ਕਿ ਕਰਨਾ ਹੀ ਹੈ। ਹਾਂ, ਹੁਣ ਮੈਂ ਇੱਕ ਗੱਲ ਨਾਲ ਹੋਰ ਚੱਲਦਾ। 6 ਜੂਨ ਨੂੰ ਪ੍ਰੈਸ ਕਾਨਫਰੰਸ ਸੀਗੀ ਜਨਰਲ ਆਪਣੇ ਸੁੰਦਰ ਜੀ, ਵੈਸਟਰਨ ਕਮਾਂਡ ਚੀਫ ਬਲੂ ਸਟਾਰ ਤੇ ਮੈਂ ਕਵਰ ਕੀਤੀ ਹੈ ਜੀ। ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ? ਪੰਚਕੂਲੇ ਨਹੀਂ ਜੀ, ਪੰਜਾਬ ਭਵਨ। ਸਾਨੂੰ ਘਰੋਂ ਫੌਜ ਵਾਲੇ ਲੈ ਗਏ ਸੀ ਕਿਉਂਕਿ ਕਰਫਿਊ ਸੀ।
ਉਹਨਾਂ ਨੇ ਸਾਰੇ ਜਰਨਲਿਸਟ ਪਿਕਅਪ ਕੀਤੇ ਤੇ ਜੀ। ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ। ਉਹ ਸ਼ੁਰੂ ਕਰਦੇ ਆ ਕਿ ਮੈਂ ਇੰਨੀ ਡੈਡੀਕੇਸ਼ਨ ਵਾਲੇ ਤੇ ਇੰਨੇ ਬਹਾਦਰ ਲੋਕ ਮੈਂ ਨਹੀਂ ਦੇਖੇ, ਤੇ ਜੇ ਮੇਰੇ ਕੋਲ 1000 ਸਿਪਾਹੀ ਇੰਨੀ ਕਮਿਟਮੈਂਟ ਵਾਲੇ ਹੋਣ, ਜਿਹੜੇ ਅੰਦਰ ਲੜੇ ਨੇ, ਜਿਹੜੇ ਅੰਦਰ ਲੜੇ ਮੁੰਡੇ ਭਿੰਡਰਾਂਵਾਲੇ ਨਾਲ, ਸੰਤ ਜਰਨੈਲ ਸਿੰਘ ਨਾਲ ਜਿਹੜੇ ਮੁੰਡੇ ਉਹਨਾਂ ਦੀ ਸ਼ਹੀਦ ਅਗਵਾਈ ਹੋਏ, 'ਚ ਲੜੇ ਨੇ। ਉਹਨਾਂ ਤੇ ਉਹਨੇ ਪਹਿਲਾਂ ਸ਼ਰਧਾਂਜਲੀ ਪੇਸ਼ ਕੀਤੀ ਵਰਚੁਅਲੀ। ਜੀ। ਉਹਨਾਂ ਦੀ ਬਹਾਦਰੀ ਸੀ। ਕਹਿੰਦਾ ਜੇ ਮੇਰੇ ਕੋਲ 1000 ਬੰਦਾ ਇੰਨਾ ਕਮਿਟਡ ਡੈਡੀਕੇਟਡ ਹੋਵੇ, ਜੀ। ਅਸੀਂ ਕੁਝ ਵੀ ਕਰ ਸਕਦੇ ਹਾਂ। ਹੁਣ ਰਿਕਾਰਡ ਤੇ ਆ ਪ੍ਰੈਸ ਕਾਨਫਰੰਸ 'ਚ, ਜੀ। ਇਹ ਨਹੀਂ ਕਿਤੇ ਸੁਣੀ ਸੁਣਾਈ ਗੱਲ ਹੈ, ਕਿਉਂਕਿ ਸੈਂਸਰਸ਼ਿਪ ਸੀ ਜੀ। ਉਸ ਵੇਲੇ, ਸ਼ਬਦਾਂ ਨਹੀਂ ਸੀ, ਉਹ ਗੱਲ ਛਪੀ ਨਹੀਂ। ਛਪੀ ਨਹੀਂ। ਜੀ। ਉਸ ਤੋਂ ਬਾਅਦ ਇਹਦੀ ਰੈਟੀਫਿਕੇਸ਼ਨ ਜਨਰਲ ਦਿਆਲ ਅੰਮ੍ਰਿਤਸਰ ਦੇ ਵਿੱਚ ਸ਼ਾਮ ਨੂੰ ਕਿਤੇ ਮੈਸ ਦੇ ਵਿੱਚ, ਜੀ। ਸਿਵਲ ਦੇ ਅਫਸਰ ਵੀ ਇਕੱਠੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਹੀ, ਜੀ। 2 ਦਿਨ ਬਾਅਦ ਉੱਥੇ ਦਾਰੂ ਪੀ ਕੇ ਬੋਲੇ ਇਹੀ ਗੱਲ ਹੀ। ਫਿਰ ਕਿਸੇ ਨੇ ਕਿਹਾ ਭਾਈ ਤੂੰ ਚੁੱਪ ਕਰੋ, ਤੁਸੀਂ ਇਹ ਗੱਲ ਨਾ ਕਰੋ ਇਸ ਵੇਲੇ। ਜੀ। ਲੇਕਿਨ ਜਨਰਲ ਮੁਖਰਜੀ ਤਾਂ ਸੁਦਰ ਜੀ ਦਾ ਰਿਕਾਰਡ ਤੇ ਕਹਿ ਚੁੱਕੇ ਸੀਗੇ। ਸੋ ਇਹ ਲੜਾਈ ਦੀ ਜਿਹੜੀ ਨੈਰੇਟਿਵ ਹੈ ਨਾ, ਇਸ ਢੰਗ ਨਾਲ ਚੱਲੀ ਗਿਆ ਹੈ। ਜੀ। ਜੀ। ਗੱਲ ਇਹ ਹੈ ਕਿ ਇਹ ਅਲਟੀਮੇਟਲੀ ਇਹ ਸਾਰਾ ਕੁਝ ਵਾਪਰਿਆ ਕਿਉਂ, ਇਹਦੇ ਪਿੱਛੇ ਕਿਹੜੀ ਸਿਆਸਤ ਸੀ? ਇਹ ਅਸੀਂ ਕਰਾਂਗੇ, ਮੇਰੇ ਖਿਆਲ 'ਚ ਬਿਹਤਰ ਰਹੇਗਾ ਕਿ ਆਪਾਂ ਅਗਲੇ ਐਪੀਸੋਡ ਦੇ ਵਿੱਚ, ਜਿਹੜਾ ਅਸੀਂ ਬੜੀ ਜਲਦੀ ਕਰਨ ਜਾ ਰਹੇ ਹਾਂ, ਤਾਂ ਉਹਦੇ 'ਚ ਅਸੀਂ ਤੁਹਾਨੂੰ ਦੱਸਾਂਗੇ। ਇਸ ਜੋ ਐਪੀਸੋਡ ਦੀ ਇਸ ਗੱਲਬਾਤ ਦੀ ਪ੍ਰਾਪਤੀ ਇਹ ਹੈ ਕਿ ਅਸੀਂ ਇੱਕ ਕੱਦਾਵਰ ਤੇ ਇੱਕ ਜ਼ਿੰਮੇਵਾਰ ਪੱਤਰਕਾਰ ਦੇ ਮੂੰਹੋਂ ਇਹ ਸੁਣਦੇ ਹਾਂ, ਜੋ ਕਿ ਆਖਰੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਮਿਲ ਕੇ ਆਏ ਸਨ, ਕਿ ਸੰਤ ਭਿੰਡਰਾਂਵਾਲੇ 100% ਚਾਹੁੰਦੇ ਸੀ ਕਿ ਆਪਰੇਸ਼ਨ ਬਲੂ ਸਟਾਰ ਟਲ ਜਾਏ। ਤਾਂ ਫਿਰ ਵਾਪਰਿਆ ਕਿਉਂ? ਮਹਿਜ 26 ਮਈ ਤੋਂ 5-6 ਦਿਨਾਂ ਬਾਅਦ ਉਹ ਸਾਰਾ ਕੁਝ ਕਿਵੇਂ ਸ਼ੁਰੂ ਹੋ ਗਿਆ? ਇਹ ਵੱਡਾ ਸਵਾਲ ਹੈ। ਇਸ ਤੋਂ ਵੀ ਪਰਦਾ ਚੁੱਕਾਂਗੇ। ਅਗਲੇ 6 ਜੂਨ ਤੱਕ ਜਿੰਨੇ ਦਿਨ ਇਹ ਦੁਖਦਾਈ ਸਮਾਂ, ਦੁਖਦਾਈ ਦਿਨ ਜਿਹੜੇ ਨੇ ਆਪਰੇਸ਼ਨ ਬਲੂ ਸਟਾਰ ਵਾਲੇ ਜਾਰੀ ਰਹਿਣਗੇ। ਅਸੀਂ ਸਰਦਾਰ ਜਗਤਾਰ ਸਿੰਘ ਹੋਰਾਂ ਦੀ ਸੇਵਾਵਾਂ ਲੈਂਦੇ ਹੋਏ, ਇਹਨਾਂ ਦੇ ਅਨੁਭਵ 'ਚੋਂ, ਇਹਨਾਂ ਦੇ ਤਜਰਬੇ 'ਚੋਂ, ਇਹਨਾਂ ਦੇ ਯਾਦਾਂ ਦੇ ਝਰੋਖੇ 'ਚੋਂ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਜੀਵੰਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ। ਸਾਡੇ ਨਾਲ ਬਣੇ ਰਹੋ, ਸਕਾਈ ਨਿਊਜ਼ ਨੂੰ ਵੇਖਦੇ ਰਹੋ, ਤੇ ਅਗਲੇ ਦਿਨਾਂ 'ਚ ਅਸੀਂ ਤੁਹਾਡੇ ਸਾਹਮਣੇ ਹੋਰ ਬਹੁਤ ਵੱਡੇ ਖੁਲਾਸੇ ਕਰਨ ਜਾ ਰਹੇ ਹਾਂ। ਬਹੁਤ ਸ਼ੁਕਰੀਆ ਜੀ।